एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। वाहिगुरू जी का खालसा वाहिगुरू जी की फतेह। सरदार ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 33ਵਾਂ। ਸਿਰਲੇਖ ਜਦੋਂ ਸਿੱਖਾਂ ਤੇ ਇਹੋ ਜਿਹੇ ਮੁਕੱਦਮੇ ਵੀ ਬਣੇ। ਮੇਰੇ ਤੇ ਇੱਕ ਕੇਸ 153 ਬੀ ਅਧੀਨ ਦਰਜ ਕੀਤਾ ਗਿਆ, ਜਿਸ ਦਾ ਮਤਲਬ ਹੁੰਦਾ ਹੈ ਰਾਸ਼ਟਰੀ ਏਕਤਾ ਤੇ ਉਲਟ ਪ੍ਰਭਾਵ ਪਾਉਣ ਵਾਲੇ ਲੱਛਣ ਤੇ ਭਾਸ਼ਣ ਕਰਨਾ। ਤੇ ਜੇ ਦੋਸ਼ ਸਿੱਧ ਹੋ ਜਾਵੇ ਤਾਂ 3 ਸਾਲ ਦੀ ਜੇਲ੍ਹ ਜਾਂ ਜੁਰਮਾਨਾ ਤੇ ਜਾਂ ਦੋਵੇਂ ਹੋ ਸਕਦੇ ਹਨ। ਇਸ ਕੇਸ ਵਿੱਚ ਮੇਰੀ ਜ਼ਮਾਨਤ ਹੋ ਚੁੱਕੀ ਸੀ, ਪਰ ਜਦੋਂ ਮੈਂ ਇੱਕ ਹੋਰ ਕੇਸ 212/216 ਦੀ ਤਾਰੀਖ ਭੁਗਤਣ ਗਿਆ ਤਾਂ ਜੱਜ ਨੇ ਮੇਰੇ ਇਹ ਦੋਵੇਂ ਕੇਸ ਵਿਸ਼ੇਸ਼ ਜੱਜ ਦੀ ਅਦਾਲਤ ਵਿੱਚ ਭੇਜ ਦਿੱਤੇ ਤੇ ਮੈਨੂੰ ਉਸ ਅਦਾਲਤ ਵਿੱਚ ਪੇਸ਼ ਹੋਣ ਦੀ ਹਦਾਇਤ ਕਰਕੇ ਆਪਣੀ ਅਗਲੀ ਤਾਰੀਖ ਪਾ ਦਿੱਤੀ। ਸਰਕਾਰੀ ਵਕੀਲ ਨੇ ਮੇਰੀ ਜ਼ਮਾਨਤ ਵੀ ਰੱਦ ਕਰਨ ਦੀ ਦਰਖਾਸਤ ਦਿੱਤੀ, ਪਰ ਜੱਜ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਕੇਸਾਂ ਵਿੱਚ ਇੱਕ ਵਾਰ ਜ਼ਮਾਨਤ ਹੋ ਜਾਵੇ ਤੇ ਮੁਲਜ਼ਮ ਬਾਕਾਇਦਾ ਪੇਸ਼ੀ ਤੇ ਹਾਜ਼ਰ ਹੋ ਰਿਹਾ ਹੋਵੇ ਤਾਂ ਜ਼ਮਾਨਤ ਰੱਦ ਕਿਉਂ ਕੀਤੀ ਜਾਵੇ। ਇਸ ਲਈ ਇਸ ਤਰ੍ਹਾਂ ਜ਼ਮਾਨਤ ਤਾਂ ਕਾਇਮ ਰਹੀ, ਪਰ ਅਦਾਲਤ ਬਦਲ ਗਈ। ਪਹਿਲੇ ਕੇਸ ਵਿੱਚ ਜਦੋਂ ਮੈਂ ਦੂਸਰੀ ਅਦਾਲਤ ਵਿੱਚ ਤਾਰੀਖ ਪੇਸ਼ੀ ਤੇ ਗਿਆ ਤਾਂ ਮੇਰਾ ਵਕੀਲ ਕਪੂਰਥਲੇ ਕਿਸੇ ਕੇਸ ਦੀ ਬਹਿਸ ਲਈ ਗਿਆ ਹੋਇਆ ਸੀ। ਨਵੀਂ ਅਦਾਲਤ ਵਿੱਚ ਮੇਰਾ ਕੇਸ ਫਰਦ ਜੁਰਮ ਲੱਗਣ ਵਾਸਤੇ ਬਹਿਸ ਤੇ ਸੀ। ਆਵਾਜ਼ ਪਈ ਤਾਂ ਮੈਂ ਜਾ ਕੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਵਕੀਲ ਸਾਹਿਬ ਕਪੂਰਥਲੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਗਏ ਹੋਏ ਹਨ। ਮੇਰੇ ਇਹ ਕਹਿਣ ਤੇ ਜੱਜ ਸਾਹਿਬ ਭੱਜ ਕੇ ਮੈਨੂੰ ਪਏ। ਇਹ ਕੀ ਮਤਲਬ ਹੋਇਆ? ਮੈਂ ਉਹਨੂੰ ਉਡੀਕਦਾ ਰਵਾਂ, ਇਹ ਅਦਾਲਤ ਨਹੀਂ। ਫਿਰ ਉਹਨਾਂ ਨੇ ਮੈਨੂੰ 2 ਘੰਟੇ ਦਾ ਸਮਾਂ ਦੇ ਦਿੱਤਾ, ਪਰ ਮੇਰਾ ਵਕੀਲ ਫਿਰ ਵੀ ਨਾ ਆਇਆ। ਫਿਰ ਆਵਾਜ਼ ਪਈ। ਮੈਂ ਫਿਰ ਇਹੋ ਹੀ ਕਿਹਾ ਕਿ ਉਹ ਅਜੇ ਤੱਕ ਨਹੀਂ ਆਏ। ਜੱਜ ਸਾਹਿਬ ਨੇ ਪੱਕਾ ਸਮਾਂ 2 ਵਜੇ ਦਾ ਦੇ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਕਿ ਵਕੀਲ ਆਵੇ ਭਾਵੇਂ ਨਾ, ਮੈਂ ਇਹ ਕੇਸ ਸੁਣਨਾ ਹੀ ਸੁਣਨਾ ਹੈ। ਮੈਂ ਬਹੁਤ ਮੁਸੀਬਤ ਵਿੱਚ ਫਸ ਗਿਆ। ਪਹਿਲਾਂ ਮੈਂ ਸੋਚਿਆ ਕਿ ਕਪੂਰਥਲੇ ਵਕੀਲ ਨੂੰ ਸੱਦ ਲਿਆਵਾਂ, ਤੇ ਫਿਰ ਮੈਂ ਸੋਚਿਆ ਇਹ ਨਾ ਹੋਵੇ ਕਿ ਮੈਂ ਉੱਥੇ ਚਲਾ ਜਾਵਾਂ ਤੇ ਉਹ ਇੱਥੇ ਆ ਜਾਵੇ। ਉਦੋਂ 12:30 ਵੱਜ ਚੁੱਕੇ ਸਨ। ਫਿਰ ਮੈਂ ਇਹ ਵੀ ਸੋਚਿਆ ਕਿ ਹੋ ਸਕਦਾ ਹੈ ਮੈਂ ਉੱਥੇ ਜਾਵਾਂ, ਪਰ ਉਹ ਬਹਿਸ ਵਿੱਚ ਫਸਿਆ ਹੋਣ ਕਰਕੇ ਮੇਰੇ ਨਾਲ ਹੀ ਨਾ ਆਵੇ। ਫਿਰ ਮੈਂ ਆਪਣੇ ਦਿਲ ਨੂੰ ਇਹ ਕਹਿ ਕੇ ਵੀ ਤਸੱਲੀ ਦੇ ਲਵਾਂ ਕਿ ਉਹ ਉੱਥੇ ਕੋਈ ਵਿਆਹ ਤੇ ਤਾਂ ਗਿਆ ਹੀ ਨਹੀਂ ਜਿਹੜਾ ਉਹਨੇ ਉੱਥੇ ਬੈਠੇ ਹੀ ਰਹਿਣਾ ਹੈ। ਕੀ ਪਤਾ ਉਥੋਂ ਤੁਰ ਹੀ ਪਿਆ ਹੋਵੇ। ਮੈਂ ਇਹ ਸੋਚ ਕੇ ਵੀ ਕਪੂਰਥਲੇ ਨਾ ਗਿਆ ਕਿ ਜੇ ਮੈਂ 2 ਵਜੇ ਅਦਾਲਤ ਵਿੱਚ ਹਾਜ਼ਰ ਨਾ ਹੋਇਆ ਤਾਂ ਜੱਜ ਨੇ ਜ਼ਮਾਨਤ ਰੱਦ ਕਰ ਦੇਣੀ ਹੈ। ਇੱਥੋਂ ਹੀ ਸਿੱਧਾ ਜੇਲ੍ਹ ਜਾਣਾ ਪਊ। ਸਭ ਕੁਝ ਸੋਚ ਕੇ ਮੈਂ ਉੱਥੇ ਹੀ ਰਿਹਾ। ਫਿਰ 1.5 ਘੰਟਾ ਮੇਰਾ ਬੜਾ ਔਖਾ ਗੁਜ਼ਰਿਆ। ਮੈਨੂੰ ਆਪਣੇ ਵਕੀਲ ਤੇ ਵੀ ਬਹੁਤ ਗੁੱਸਾ ਆਵੇ ਕਿ ਜਦੋਂ ਉਹਨੇ ਪੂਰੀ ਫੀਸ ਲਈ ਹੈ ਤਾਂ ਫਿਰ ਕੇਸ ਤੇ ਪੇਸ਼ ਨਾ ਹੋਣ ਦਾ ਕੀ ਮਤਲਬ। ਮੁਨਸ਼ੀ ਨੂੰ ਪੁੱਛਾਂ ਤਾਂ ਉਹ ਆਖੇ ਜੀ ਮੈਨੂੰ ਕੀ ਪਤਾ, ਕਹਿ ਕੇ ਤੇ ਗਏ ਸੀ ਭਈ ਮੈਂ ਛੇਤੀ ਆ ਜਾਣਾ ਹੈ, ਪਰ ਅਜੇ ਤੱਕ ਨਹੀਂ ਆਏ। ਜੇ ਮੈਂ ਉਹਨੂੰ ਆਖਾਂ ਕਿ ਤੂੰ 2 ਵਜੇ ਜੱਜ ਸਾਹਿਬ ਨੂੰ ਵਕੀਲ ਦੇ ਨਾ ਆਉਣ ਕਰਕੇ ਤਾਰੀਖ ਦੇਣ ਲਈ ਆਖਾਂ ਤਾਂ ਉਹ ਕੰਨਾਂ ਨੂੰ ਹੱਥ ਲਾਵੇ। ਅਜੇ ਇਹ ਜੱਜ ਬੜਾ ਕੁਪੱਤਾ ਹੈ, ਇਹ ਤਾਂ ਤੁਰਿਆ ਜਾਂਦਿਆਂ ਨੂੰ ਬੰਨਣ ਵਾਲਾ ਹੈ। ਮੇਰੀ ਤੋਬਾ, ਮੈਂ ਨਹੀਂ ਜਾਣਾ। ਪੂਰੇ 2 ਵਜੇ ਮੇਰੇ ਨਾਂ ਦੀ ਆਵਾਜ਼ ਪੈ ਗਈ। ਮੈਂ ਅੰਦਰ ਜਾ ਕੇ ਫਿਰ ਇਹੋ ਹੀ ਕਿਹਾ ਜੀ ਵਕੀਲ ਸਾਹਿਬ ਤਾਂ ਆਏ ਨਹੀਂ, ਕਿਰਪਾ ਕਰਕੇ ਤਾਰੀਖ। ਅਜੇ ਗੱਲ ਮੈਂ ਪੂਰੀ ਵੀ ਨਹੀਂ ਸੀ ਕੀਤੀ ਕਿ ਜੱਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਕਿਹਾ ਸ਼ੁਰੂ ਕਰੋ। ਮੈਂ ਵੀ ਉੱਥੇ ਹੀ ਖੜਾ ਰਿਹਾ। ਡਰ ਤੇ ਗੁੱਸੇ ਦੇ ਰਲੇ ਮਿਲੇ ਪ੍ਰਭਾਵ ਕਰਕੇ ਮੇਰੀਆਂ ਅੱਖਾਂ ਵਿੱਚੋਂ ਸੇਕ ਨਿਕਲ ਰਿਹਾ ਸੀ। ਜੇਲ੍ਹ ਮੈਨੂੰ ਸਾਫ਼ ਨਜ਼ਰ ਆ ਰਹੀ ਸੀ, ਪਰ ਮੈਂ ਦਿਲ ਨੂੰ ਵੀ ਤਸੱਲੀ ਦੇ ਦਿੰਦਾ ਜੇਲ੍ਹ ਕਿਹੜੀ ਨਵੀਂ ਹੈ, ਅੱਗੇ ਕਿਹੜਾ ਕਦੀ ਵੇਖੀ ਨਹੀਂ। ਵਕੀਲ ਨੇ ਕੇਸ ਸ਼ੁਰੂ ਕੀਤਾ। ਕੁਲਬੀਰ ਸਿੰਘ ਪੁੱਤਰ ਬੁੱਢਾ ਸਿੰਘ, ਕੌਮ ਕੰਬੋ, ਵਾਸੀ ਬਸਤੀ ਪੀਰ ਦਾਦ, ਖਾਲਿਸਤਾਨ ਦਾ ਹਮਾਇਤੀ ਹੈ।
ਕਪੂਰਥਲਾ ਰੋਡ ਬਸਤੀ ਬਾਵਾ ਖੇਲ ਅੱਡੇ ਦੇ ਕੋਲ ਇਸਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ। ਇਸ ਦੇ ਹੱਥ ਵਿੱਚ ਖਾਲਿਸਤਾਨ ਦਾ ਝੰਡਾ ਸੀ। ਇਸ ਝੰਡੇ ਨੂੰ ਲਹਿਰਾ ਕੇ ਇਹ ਖਾਲਿਸਤਾਨ ਦੇ ਨਾਅਰੇ ਲਾਉਂਦਾ ਕਪੂਰਥਲਾ ਰੋਡ ਤੇ ਤੁਰਿਆ ਜਾਂਦਾ ਸੀ। ਪੁਲਿਸ ਪਾਰਟੀ ਜਿਸ ਨੇ ਆਮ ਚੈਕਿੰਗ ਲਈ ਉੱਥੋਂ ਕੋਈ 3 ਫਰਲਾਂਗ ਤੇ ਨਹਿਰ ਦੇ ਪੁਲ ਤੇ ਨਾਕਾ ਲਾਇਆ ਹੋਇਆ ਸੀ ਨੂੰ ਜਦੋਂ ਮੁਖਬਰ ਖਾਸ ਨੇ ਆ ਕੇ ਦੱਸਿਆ ਤਾਂ ਗੁਰਦੀਪ ਸਿੰਘ ASI ਨਾਲ ਸਿਪਾਹੀ ਫਲਾਣਾ ਮੌਕੇ ਤੇ ਗਏ ਤਾਂ ਉਹਨਾਂ ਨੇ ਇਸ ਨੂੰ ਬੜਾ ਸਮਝਾਇਆ ਕਿ ਇਸ ਤਰ੍ਹਾਂ ਨਾ ਕਰ, ਪਰ ਇਹ ਨਹੀਂ ਮੰਨਿਆ। ਲੰਬਰਦਾਰ ਗੁਰਦੀਪ ਸਿੰਘ ਨੇ ਵੀ ਆ ਕੇ ਇਸ ਨੂੰ ਬੜਾ ਸਮਝਾਇਆ, ਪਰ ਇਹ ਟੱਸ ਤੋਂ ਮਸ ਨਹੀਂ ਹੋਇਆ ਤੇ ਨਾਅਰੇ ਲਾਈ ਗਿਆ। ਹੋਰ ਕੋਈ ਚਾਰਾ ਨਾ ਵੇਖ ਕੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਮੇਰੀ ਅਦਾਲਤ ਅੱਗੇ ਬੇਨਤੀ ਹੈ ਕਿ ਇਸ ਨੂੰ ਕਰੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਦੇਸ਼ ਨੂੰ ਤੋੜਨ ਵਾਲਿਆਂ ਨੂੰ ਕੰਨ ਹੋ ਜਾਣ। ਵਕੀਲ ਦੀ ਗੱਲ ਮੁੱਕਣ ਤੇ ਜੱਜ ਸਾਹਿਬ ਨੇ ਮੈਨੂੰ ਕਿਹਾ, ਜਿਸ ਤਰ੍ਹਾਂ ਇਹ ਵਕੀਲ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਹੋਇਆ ਸੀ। ਮੈਂ ਕਿਹਾ, ਨਹੀਂ ਜੀ, ਇਹ ਸਾਰੀ ਗੱਲ ਝੂਠੀ ਹੈ। ਅਜੇ ਮੇਰੇ ਮੂੰਹ ਵਿੱਚ ਹੀ ਇਹ ਸ਼ਬਦ ਸਨ ਕਿ ਜੱਜ ਸਾਹਿਬ ਨੇ ਕਟਹਿਰੇ ਵੱਲ ਹੱਥ ਕਰਕੇ ਕਿਹਾ, ਇੱਥੇ ਆ ਕੇ ਗੱਲ ਕਰੋ। ਮੈਂ ਕਟਹਿਰੇ ਵਿੱਚ ਖਲੋ ਗਿਆ। ਇਹ ਗੱਲ ਤਾਂ ਹੁਣ ਪੱਕੀ ਸੀ ਕਿ ਕੇਸ ਸੁਣ ਲਿਆ ਜਾਣਾ ਸੀ ਤੇ ਮੇਰੀ ਕਿਸਮਤ ਦਾ ਫੈਸਲਾ ਵੀ ਮੇਰੀਆਂ ਕਹੀਆਂ ਹੋਈਆਂ ਗੱਲਾਂ ਤੇ ਦਿੱਤੀ ਹੋਈ ਸਫਾਈ ਤੇ ਹੀ ਮੁੱਕਣਾ ਸੀ। ਮੈਂ ਕਿਹਾ, ਜੀ ਇਹ ਸਾਰੀ ਬਣੀ ਬਣਾਈ ਕਹਾਣੀ ਹੈ ਜਿਸ ਦਾ ਕੋਈ ਮੂੰਹ ਸਿਰ ਨਹੀਂ ਤੇ ਇਹ ਸਾਰੀ ਗੱਲ ਝੂਠੀ ਹੈ। ਜੱਜ ਸਾਹਿਬ ਨੇ ਪੁੱਛਿਆ, ਹੋਇਆ ਕੀ ਸੀ? ਮੈਂ ਕਿਹਾ, ਜੀ ਮੇਰੀ ਇੱਕ ਬੇਨਤੀ ਹੈ ਕਿ ਮੈਂ ਵਕੀਲ ਨਹੀਂ, ਇਸ ਲਈ ਮੇਰੀ ਦੱਸੀ ਹੋਈ ਗੱਲ ਤੋਂ ਬਾਅਦ ਮੇਰੇ ਵਕੀਲ ਨੂੰ ਵੀ ਸੁਣ ਲਿਆ ਜਾਵੇ। ਜੱਜ ਸਾਹਿਬ ਨੇ ਕਿਹਾ, ਜੇ ਗੱਲ ਹੁੰਦਿਆਂ ਆ ਗਏ ਤਾਂ ਸੁਣ ਲਵਾਂਗੇ। ਮੈਂ ਕਹਿਣਾ ਸ਼ੁਰੂ ਕੀਤਾ, ਜਨਾਬ, ਮੈਂ ਇੱਥੋਂ ਦਾ ਹੀ ਜੰਪਲ ਹਾਂ ਤੇ ਮੇਰਾ ਸਾਰਾ ਬਚਪਨ ਇੱਥੇ ਹੀ ਗੁਜ਼ਰਿਆ ਹੈ। ਮੇਰੀ ਜ਼ਮੀਨ ਜਾਇਦਾਦ ਘਰ ਸਭ ਇੱਥੇ ਹੀ ਹਨ। ਜਿਸ ਸੜਕ ਦਾ ਵਕੀਲ ਸਾਹਿਬ ਨੇ ਨਾਂ ਲਿਆ ਹੈ, ਮੈਂ ਇੱਥੋਂ ਹੀ ਸਕੂਲ ਪੜ੍ਹਨ ਜਾਂਦਾ ਰਿਹਾ ਹਾਂ। ਫਿਰ ਇੱਥੋਂ ਦੀ ਹੀ DAV ਕਾਲਜ ਪੜ੍ਹਨ ਜਾਂਦਾ ਰਿਹਾ ਹਾਂ। ਮੈਂ ਅਜੇ ਗੱਲ ਕਰ ਹੀ ਰਿਹਾ ਸਾਂ ਕਿ ਸਰਕਾਰੀ ਵਕੀਲ ਸੱਭਰਵਾਲ ਵਿੱਚੇ ਬੋਲ ਪਿਆ, ਇਹ ਕੀ ਕਹਿਣਾ ਚਾਹੁੰਦਾ ਹੈ? ਇਹਨਾਂ ਗੱਲਾਂ ਦਾ ਕੋਈ ਮਤਲਬ ਹੈ? ਅਦਾਲਤ ਨੇ ਇਸ ਗੱਲ ਤੋਂ ਕੀ ਲੈਣਾ ਹੈ ਕਿ ਤੂੰ ਕਿੱਥੋਂ ਦੀ ਸਕੂਲ ਜਾਂਦਾ ਸੀ ਤੇ ਕਿੱਥੇ ਨਹੀਂ? ਪਰ ਜੱਜ ਸਾਹਿਬ ਨੇ ਉਹਨੂੰ ਵਿੱਚੋਂ ਹੀ ਟੋਕ ਕੇ ਕਿਹਾ, ਸ੍ਰੀ ਸੱਭਰਵਾਲ, ਇਹ ਤਰੀਕਾ ਠੀਕ ਨਹੀਂ। ਜਦੋਂ ਕੋਈ ਬੰਦਾ ਆਪਣਾ ਕੇਸ ਆਪ ਲੜ ਰਿਹਾ ਹੋਵੇ ਤਾਂ ਉਹ ਆਫੀਸਰ ਆਫ ਦਾ ਕੋਰਟ ਹੁੰਦਾ ਹੈ, ਜਿਵੇਂ ਤੁਸੀਂ ਹੋ। ਇਹਨਾਂ ਵਿੱਚ ਤੇ ਤੁਹਾਡੇ ਵਿੱਚ ਇਸ ਅਦਾਲਤ ਨੂੰ ਕੋਈ ਫਰਕ ਨਹੀਂ ਲੱਗਦਾ। ਉਹਨਾਂ ਨੂੰ ਪੂਰੀ ਗੱਲ ਕਰਨ ਦਿਓ। ਫਿਰ ਉਹਨਾਂ ਨੇ ਮੇਰੇ ਵੱਲ ਮੂੰਹ ਕਰਕੇ ਕਿਹਾ, ਹਾਂਜੀ ਚਾਲੂ ਰੱਖੋ। ਮੈਂ ਕਿਹਾ, ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇੱਥੋਂ ਦਾ ਹੀ ਰਹਿਣ ਵਾਲਾ ਹੋਣ ਕਰਕੇ ਮੈਂ ਬਸਤੀ ਬਾਵਾ ਖੇਲ ਦੇ ਬੱਚੇ ਦਾ ਜਾਣੂ ਹਾਂ। ਮੈਂ ਲੋਕਾਂ ਦੇ ਵਿਆਹਾਂ ਸ਼ਾਦੀਆਂ ਤੇ ਜਾਂਦਾ ਹਾਂ। ਉਹ ਮੇਰੇ ਘਰ ਦਿਨ ਤਿਉਹਾਰ ਤੇ ਆਉਂਦੇ ਹਨ। ਜੇ ਮੈਂ ਚਾਹਾਂ ਤਾਂ ਕਿਸੇ ਵੇਲੇ ਵੀ 200-300 ਬੰਦਾ ਝੱਟ ਆਵਾਜ਼ਾਂ ਮਾਰ ਕੇ ਇਕੱਠਾ ਕਰ ਸਕਦਾ ਹਾਂ। ਆਵਾਜ਼ਾਂ ਮਾਰ ਕੇ ਕਿਉਂ? ਜੱਜ ਸਾਹਿਬ ਨੇ ਪੁੱਛਿਆ। ਜਨਾਬ, ਮੈਂ ਸਾਰਿਆਂ ਨੂੰ ਨਾਵਾਂ ਤੋਂ ਜੂ ਜਾਣਦਾ ਹੋਇਆ ਜੇ ਕਿਸੇ ਨੂੰ ਨਾਂ ਲੈ ਕੇ ਆਵਾਜ਼ ਮਾਰੀਏ ਤਾਂ ਉਹ ਜ਼ਰੂਰ ਆਸ ਜਾਂਦਾ ਹੈ। ਉਵੇਂ ਭਾਵੇਂ ਕੋਈ ਬਿਨਾਂ ਨਾਂ ਦੀ ਆਵਾਜ਼ ਤੋਂ ਨਾ ਵੀ ਆਵੇ। ਸੱਭਰਵਾਲ ਫਿਰ ਬੋਲ ਪਿਆ, ਜਨਾਬ, ਇਹ ਕਹਿਣਾ ਕੀ ਚਾਹੁੰਦੇ ਹਨ? ਜੱਜ ਸਾਹਿਬ ਥੋੜਾ ਜਿਹਾ ਮੁਸਕਰਾਏ, ਜਿਸ ਦਾ ਮਤਲਬ ਸੀ ਅੱਗੇ ਗੱਲ ਕਰੋ। ਮੈਂ ਕਿਹਾ, ਜੀ ਜੇ ਮੈਂ ਖਾਲਿਸਤਾਨ ਦੇ ਨਾਅਰੇ ਲਾਉਣੇ ਹੁੰਦੇ ਤਾਂ ਮੈਂ ਕਹਿੰਦਾ ਖਾਲਿਸਤਾਨ। ਜਿਨ੍ਹਾਂ ਲੋਕਾਂ ਨੂੰ ਮੈਂ ਇਕੱਠੇ ਕੀਤਾ ਹੁੰਦਾ ਉਹ ਕਹਿੰਦੇ ਜਿੰਦਾਬਾਦ, ਫਿਰ ਤਾਂ ਕੋਈ ਗੱਲ ਬਣਦੀ ਸੀ। ਵਕੀਲ ਸਾਹਿਬ ਕਹਿੰਦੇ ਹਨ ਕਿ ਮੈਂ ਆਪੇ ਹੀ ਕਹਿੰਦਾ ਸਾਂ ਖਾਲਿਸਤਾਨ ਤੇ ਆਪੇ ਹੀ ਕਹਿੰਦਾ ਸਾਂ ਜਿੰਦਾਬਾਦ। ਇੱਕ ਇਕੱਲਾ ਬੰਦਾ ਸੜਕ ਤੇ ਤੁਰਿਆ ਜਾਂਦਾ ਇਹੋ ਜਿਹੀਆਂ ਹਰਕਤਾਂ ਕਰੇ ਤਾਂ ਲੋਕ ਤਾਂ ਉਹਨੂੰ ਪਾਗਲ ਸਮਝਣਗੇ। ਜਨਾਬ, ਕੀ ਮੈਂ ਵੇਖਣ ਨੂੰ ਪਾਗਲ ਲੱਗਦਾ ਹਾਂ? ਜੱਜ ਸਾਹਿਬ ਮੇਰੀ ਗੱਲ ਸੁਣ ਕੇ ਮੁਸਕਰਾ ਵੀ ਪਏ ਤੇ ਮੂੰਹ ਵੀ ਕਹਿ ਦਿੱਤਾ, ਨਹੀਂ, ਐਸੇ ਤੇ ਨਹੀਂ ਲੱਗਦੇ। ਫਿਰ ਉਹਨਾਂ ਨੇ ਪੈਨ ਨਾਲ ਇਹ ਗੱਲ ਨੋਟ ਵੀ ਕੀਤੀ। ਮੈਨੂੰ ਇਹਨਾਂ ਸਾਰੀਆਂ ਗੱਲਾਂ ਨਾਲ ਬਹੁਤ ਹੌਸਲਾ ਹੋਇਆ।
ਕਿਉਂਕਿ ਫੌਜਦਾਰੀ ਕੇਸਾਂ ਨਾਲ ਤਾਂ ਭਾਵੇਂ ਮੇਰਾ ਵਾਹ ਕਦੀ ਨਹੀਂ ਸੀ ਪਿਆ, ਪਰ ਜ਼ਮੀਨ ਜਾਇਦਾਦ ਦੇ ਕੇਸਾਂ ਵਿੱਚ ਤਾਂ ਮੇਰੇ ਪਰਿਵਾਰ ਨੂੰ 2 ਵਾਰ ਸੁਪਰੀਮ ਕੋਰਟ ਤੱਕ ਜਾਣਾ ਪਿਆ ਹੈ। ਇੱਕ ਵਾਰ ਮੇਰੇ ਬਾਪ ਨੂੰ ਤੇ ਇੱਕ ਵਾਰ ਮੈਨੂੰ। ਕਹਿੰਦੇ ਹਨ ਜਿਹੜੀ ਜਨਾਨੀ ਇੱਕ ਨਿਆਣਾ ਜੰਮ ਲਵੇ ਉਹ ਦਾਈ ਬਣ ਜਾਂਦੀ ਹੈ। ਇਸ ਤਰ੍ਹਾਂ ਘੱਟੋ ਘੱਟ ਮੈਨੂੰ ਅਦਾਲਤੀ ਤੌਰ ਤਰੀਕਿਆਂ ਦਾ ਤਾਂ ਪਤਾ ਹੀ ਸੀ। ਮੈਨੂੰ ਲੱਗਾ ਕੰਮ ਬਣ ਜਾਏਗਾ। ਵਕੀਲ ਨੇ ਝੱਟ ਮੋਹਰਾਂ ਲੱਗੇ ਲਿਫਾਫੇ ਵਿੱਚੋਂ ਕੱਢ ਕੇ ਕੇਸਰੀ ਝੰਡਾ ਮੇਜ਼ ਤੇ ਰੱਖ ਦਿੱਤਾ ਤੇ ਕਿਹਾ, ਇਹ ਖਾਲਿਸਤਾਨ ਦਾ ਝੰਡਾ ਇਹਨਾਂ ਕੋਲੋਂ ਬਰਾਮਦ ਹੋਇਆ। ਜੱਜ ਸਾਹਿਬ ਨੇ ਜਦੋਂ ਝੰਡਾ ਪੂਰਾ ਖੋਲ੍ਹ ਦਿੱਤਾ ਤਾਂ ਮੈਂ ਆਪ ਮੁਹਾਰਾ ਹੀ ਬੋਲ ਪਿਆ, ਜਨਾਬ ਇਹ ਝੰਡਾ ਤਾਂ ਹਰ ਗੁਰਦੁਆਰੇ ਦੇ ਲੱਗਾ ਹੈ। ਗੁਰਪੁਰਬਾਂ ਨੂੰ ਜਿਹੜੇ ਜਲੂਸ ਨਿਕਲਦੇ ਹਨ ਇਹ ਝੰਡੇ ਲਾ ਲਾ ਕੇ ਲੋਕਾਂ ਨੇ ਬਾਜ਼ਾਰ ਸਜਾਏ ਹੁੰਦੇ ਹਨ। ਖਾਲਿਸਤਾਨ ਦਾ ਝੰਡਾ ਇਦਾਂ ਦਾ ਹੁੰਦਾ ਹੈ। ਜੱਜ ਸਾਹਿਬ ਟਿਕਟਿਕੀ ਲਾ ਕੇ ਮੇਰੇ ਵੱਲ ਹੀ ਗਹੁ ਨਾਲ ਵੇਖ ਰਹੇ ਸਨ। ਸਰਕਾਰੀ ਵਕੀਲ ਨੇ ਕਿਹਾ, ਹੋਰ ਖਾਲਿਸਤਾਨ ਦਾ ਝੰਡਾ ਕਿੱਦਾਂ ਦਾ ਹੁੰਦਾ ਹੈ? ਮੈਂ ਕਿਹਾ, ਦੇਸ਼ਾਂ ਦੇ ਝੰਡੇ ਸਦਾ ਆਇਤਕਾਰ ਹੁੰਦੇ ਹਨ। ਸਰਕਾਰੀ ਵਕੀਲ ਨੇ ਝੱਟ ਇਹ ਨੁਕਤਾ ਸਾਂਭ ਲਿਆ ਤੇ ਕਿਹਾ, ਜੀ ਇਹ ਖਾਲਿਸਤਾਨ ਦਾ ਕੱਟੜ ਹਮਾਇਤੀ ਹੈ ਤੇ ਖਾਲਿਸਤਾਨ ਬਾਰੇ ਸਭ ਕੁਝ ਜਾਣਦਾ ਹੈ। ਜੱਜ ਸਾਹਿਬ ਹੱਸੇ ਤੇ ਕਿਹਾ, ਕੀ ਜਾਣਨਾ ਵੀ ਕਿਸੇ ਜੁਰਮ ਵਿੱਚ ਆਉਂਦਾ ਹੈ? ਜੱਜ ਸਾਹਿਬ ਹੱਸੇ ਤੇ ਕਿਹਾ, ਕੀ ਜਾਣਨਾ ਵੀ ਕਿਸੇ ਜੁਰਮ ਵਿੱਚ ਆਉਂਦਾ ਹੈ? ਫਿਰ ਸਰਕਾਰੀ ਵਕੀਲ ਨੇ ਕਿਹਾ, ਮੇਰਾ ਕਹਿਣ ਤੋਂ ਮਤਲਬ ਹੈ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਝੰਡਾ ਆਇਤਕਾਰ ਹੁੰਦਾ ਹੈ? ਮੈਂ ਕਿਹਾ, ਜੀ ਇਹ ਤਾਂ ਆਮ ਸੋਝੀ ਦੀ ਗੱਲ ਹੈ। ਕਾਰ ਕਾਰਾਂ ਵਰਗੀ ਹੋਵੇਗੀ, ਟਰੱਕ ਟਰੱਕਾਂ ਵਰਗੇ ਹੋਣਗੇ, ਹਵਾਈ ਜਹਾਜ਼ਾਂ ਵਰਗਾ ਹੋਵੇਗਾ। ਦੂਸਰੇ ਮੁਲਕਾਂ ਵਿੱਚ ਖਾਲਿਸਤਾਨ ਦਾ ਝੰਡਾ ਆਮ ਗੱਲ ਹੈ। ਅਮਰੀਕਾ ਵਿੱਚ ਭਾਰਤੀ ਅੰਬੈਸੀ ਅੱਗੇ ਉੱਥੋਂ ਦੇ ਸਿੱਖਾਂ ਨੇ ਖਾਲਿਸਤਾਨ ਦਾ ਝੰਡਾ ਲਹਿਰਾ ਕੇ ਅੰਬੈਸੀ ਦਾ ਘਿਰਾਓ ਕੀਤਾ ਸੀ। ਦੂਰਦਰਸ਼ਨ ਜਲੰਧਰ ਨੇ ਖਬਰਾਂ ਵਿੱਚ ਉਹ ਦਿਖਾਇਆ ਹੈ। ਉਹਨੇ ਚਿਰ ਤੱਕ ਅਦਾਲਤ ਵਿੱਚ 10-12 ਵਕੀਲ ਇਕੱਠੇ ਹੋ ਚੁੱਕੇ ਸਨ ਤੇ ਬਾਕੀ ਲੋਕਾਂ ਨਾਲ ਵੀ ਅਦਾਲਤ ਖਚਾਖਚ ਭਰੀ ਪਈ ਸੀ। ਜਿਹੜਾ ਵੀ ਅਦਾਲਤ ਦੇ ਅੰਦਰ ਆਉਂਦਾ ਇਹ ਅਜੀਬ ਜਿਹਾ ਕੇਸ ਵੇਖ ਕੇ ਉੱਥੇ ਹੀ ਖਲੋ ਜਾਂਦਾ। ਮੈਨੂੰ ਐਸਾ ਲੱਗਿਆ ਕਿ ਝੰਡੇ ਵਾਲਾ ਤੀਰ ਫਿੱਟ ਬੈਠ ਗਿਆ ਹੈ। ਫਿਰ ਜਿਵੇਂ ਮੈਂ ਆਪਣੇ ਆਪ ਤੇ ਕਾਬੂ ਹੀ ਨਾ ਰੱਖ ਸਕਿਆ ਤੇ ਇੱਕ ਹੋਰ ਪੰਗਾ ਲੈ ਲਿਆ। ਮੈਂ ਕਿਹਾ, ਜੀ ਮੁੱਢੋਂ ਸੁੱਢੋਂ ਐਸੀ ਕੋਈ ਗੱਲ ਹੋਈ ਨਹੀਂ। ਇਹ ਸਾਰੀ ਕਹਾਣੀ ਪੁਲਿਸ ਨੇ ਮੇਜ਼ ਤੇ ਬਹਿ ਕੇ ਹੀ ਨਾਵਲ ਵਾਂਗ ਲਿਖੀ ਹੈ। ਪਰ ਜੇ ਇਹਨਾਂ ਦੀ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਵੀ ਇਹ ਕੋਈ ਜੁਰਮ ਨਹੀਂ ਬਣਦਾ। ਜੱਜ ਤੇ ਸਰਕਾਰੀ ਵਕੀਲ ਸੁਣ ਰਹੇ ਸਨ। ਮੈਂ ਕਿਹਾ, ਹਿੰਦੁਸਤਾਨ ਦੇ ਸੰਵਿਧਾਨ ਵਿੱਚ ਇਸ ਦੇਸ਼ ਦਾ ਨਾਂ ਜਾਂ ਭਾਰਤ ਹੈ ਜਾਂ ਇੰਡੀਆ ਹੈ। ਹਿੰਦੁਸਤਾਨ ਨਾਂ ਸਾਰੇ ਸੰਵਿਧਾਨ ਵਿੱਚ ਕਿਤੇ ਨਹੀਂ ਲਿਖਿਆ ਹੋਇਆ, ਪਰ ਫਿਰ ਵੀ ਸਾਰੀ ਦੁਨੀਆ ਇਸ ਨੂੰ ਹਿੰਦੁਸਤਾਨ ਕਹਿੰਦੀ ਫਿਰਦੀ ਹੈ। ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜੇ ਕਿਸੇ ਬੰਦੇ ਦਾ ਨਾਂ ਰਾਮ ਲਾਲ ਹੋਵੇ, ਉਸੇ ਨੂੰ ਹੀ ਲੋਕ ਸ਼ਾਮ ਲਾਲ ਕਹਿੰਦੇ ਹੋਣ, ਤਾਂ ਕੀ ਉਸ ਬੰਦੇ ਨੂੰ ਮਦਨ ਗੋਪਾਲ ਨਹੀਂ ਕਿਹਾ ਜਾ ਸਕਦਾ? ਜੇ ਭਾਰਤ ਤੇ ਇੰਡੀਆ ਦੀ ਥਾਂ ਇਸ ਦੇਸ਼ ਨੂੰ ਹਿੰਦੁਸਤਾਨ ਕਿਹਾ ਜਾ ਸਕਦਾ ਹੈ ਤਾਂ ਖਾਲਿਸਤਾਨ ਕਿਉਂ ਨਹੀਂ ਕਿਹਾ ਜਾ ਸਕਦਾ? ਸਰਕਾਰੀ ਵਕੀਲ ਫਟ ਬੋਲਿਆ, ਇਹ ਤਾਂ ਦੇਸ਼ ਤੋੜਨ ਵਾਲੀ ਗੱਲ ਹੋਈ। ਇਹੋ ਹੀ ਤਾਂ ਤੁਹਾਡੇ ਤੇ ਮੁਕੱਦਮਾ ਹੈ। ਜਿਹੜੇ ਅਧਿਕਾਰਤ 2 ਨਾਵਾਂ ਜਿਹੜੇ ਸੰਵਿਧਾਨ ਵਿੱਚ ਲਿਖੇ ਹੋਏ ਹਨ ਤੋਂ ਬਗੈਰ ਤੀਜਾ ਨਾਂ ਹਿੰਦੁਸਤਾਨ ਕਹਿੰਦੇ ਹਨ, ਕਿ ਉਹ ਦੇਸ਼ ਨਹੀਂ ਤੋੜਦੇ? ਖਾਲਿਸਤਾਨ ਕਹਿਣ ਨਾਲ ਦੇਸ਼ ਜ਼ਿਆਦਾ ਟੁੱਟਦਾ ਹੈ। ਇਹ ਗੱਲ ਕਰਕੇ ਮੈਂ ਆਪਣੀ ਕਿਸਮਤ ਨੂੰ ਆਪਣੇ ਹੱਥਾਂ ਵਿੱਚੋਂ ਕੱਢ ਦਿੱਤਾ ਸੀ। ਅੱਗੋਂ ਇਸ ਦਾ ਕੀ ਹੋਣ ਵਾਲਾ ਸੀ ਮੈਨੂੰ ਉੱਕਾ ਨਹੀਂ ਸੀ ਪਤਾ, ਪਰ ਅਦਾਲਤ ਵਿੱਚ ਬਿਲਕੁਲ ਚੁੱਪ-ਚਾਂ ਸੀ। ਫਿਰ ਜੱਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਪੁੱਛਿਆ, ਸੱਭਰਵਾਲ ਸਾਹਿਬ, ਸੰਵਿਧਾਨ ਵਿੱਚ ਇੰਡੀਆ ਤੇ ਭਾਰਤ ਹੀ ਲਿਖਿਆ ਹੈ, ਹਿੰਦੁਸਤਾਨ ਨਹੀਂ। ਜੱਜ ਸਾਹਿਬ ਨੇ ਇਸ ਤਰ੍ਹਾਂ ਪੁੱਛਿਆ ਜਿਵੇਂ ਕੋਈ ਬੱਚਾ ਕਿਸੇ ਨੂੰ ਸਵਾਲ ਕਰਦਾ ਹੈ ਜਾਂ ਰੋਟੀ ਨੂੰ ਚੋਚੀ ਆਖੀਦਾ ਹੈ। ਮੈਂ ਜੱਜ ਸਾਹਿਬ ਦੇ ਚਿਹਰੇ ਵੱਲ ਵੇਖਿਆ। ਉਹ ਹੱਸੂ ਕਰਦਾ ਸੀ। ਸਵੇਰ ਦਾ ਪਹਿਲੀ ਵਾਰ ਮੈਂ ਉਹਨਾਂ ਦੇ ਚਿਹਰੇ ਤੇ ਹਾਸਾ ਵੇਖਿਆ ਸੀ। ਸਵੇਰੇ ਤੇ ਵੱਢ ਖਾਣਿਆਂ ਹਾਰ ਉਖੜੀ ਕੁਹਾੜੀ ਵਾਂਗ ਪੈਂਦੇ ਸਨ। ਸਰਕਾਰੀ ਵਕੀਲ ਕੁਝ ਨਹੀਂ ਬੋਲਿਆ। ਫਿਰ ਜੱਜ ਸਾਹਿਬ ਨੇ ਮੈਨੂੰ ਸਵਾਲ ਕਰ ਦਿੱਤਾ, ਇਸ ਦੇਸ਼ ਨੂੰ ਲੋਕ ਹਿੰਦੁਸਤਾਨ ਕਿਵੇਂ ਕਹਿੰਦੇ ਹਨ?
ਮੈਂ ਕਿਹਾ ਜੀ, ਆਪ ਜੀ ਦੇ ਪਿੱਛੇ ਕੰਧ ਤੇ ਇੱਕ ਟਰੈਕਟਰ ਦੀ ਮਸ਼ਹੂਰੀ ਦਾ ਕੈਲੰਡਰ ਲੱਗਾ ਹੋਇਆ ਹੈ। ਉਸ ਤੇ ਟਰੈਕਟਰ ਬਣਾਉਣ ਵਾਲੀ ਕੰਪਨੀ ਦਾ ਨਾਂ ਲਿਖਿਆ ਹੋਇਆ ਹੈ, HMT। ਇਸ ਦਾ ਪੂਰਾ ਨਾਮ ਬਣਦਾ ਹੈ ਹਿੰਦੁਸਤਾਨ ਮਸ਼ੀਨ ਟੂਲਜ਼। ਇਸੇ ਤਰ੍ਹਾਂ ਹੀ ਇੱਕ ਬਹੁਤ ਵੱਡੀ ਕੰਪਨੀ ਹੈ ਜਿਹੜੀ ਘਰੇਲੂ ਵਰਤੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੀ ਹੈ, ਉਸ ਦਾ ਨਾਂ ਹੈ ਹਿੰਦੁਸਤਾਨ ਲੀਵਰ ਲਿਮਟਿਡ। ਇਹ ਸਾਰੇ ਇਸ ਦੇਸ਼ ਦੇ ਨਾਂ 'ਤੇ ਹਨ। ਜੱਜ ਸਾਹਿਬ ਨੇ ਇਹ ਲਿਖ ਲਿਆ ਤੇ ਉਹਨੇ ਚਿਰ ਵਿੱਚ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ। ਮੈਂ ਕਿਹਾ ਜੀ, ਲੋਕਾਂ ਨੇ ਤੇ ਗਾਣੇ ਬਣਾਏ ਹੋਏ ਹਨ, ਦਿੱਲੀ ਹੈ ਦਿਲ हिंदुस्तान का, ये तो तीर्थ है सारे जहान का, दिल्ली दिल है तो की अर्थ बनता है। मैं क्या जी, हिंदुस्तान इत्थे मुल्क दा प्रतीक है ते उसकी राजधानी दिल्ली होने करके दिल का रुतबा रखती है। सरकारी वकील ने हस के ते हथ नचा के कहा, गल किधर दी लै गए किधर, इन्हां गल्लां नाल अदालत नूं की मतलब, ਮੁਲਕ ਕਿਹੜਾ ਤੇ ਰਾਜਧਾਨੀ ਕਿਹੜੀ, ਕੋਈ ਮਤਲਬ ਦੀ ਗੱਲ ਕਰੋ। ਮੈਂ ਜੱਜ ਸਾਹਿਬ ਦੇ ਚਿਹਰੇ ਵੱਲ ਵੇਖ ਰਿਹਾ ਸਾਂ। ਹੁਣ ਮੈਨੂੰ ਸਰਕਾਰੀ ਵਕੀਲ ਨਾਲ ਕੋਈ ਦਿਲਚਸਪੀ ਨਹੀਂ ਸੀ, ਕਿਉਂਕਿ ਜੱਜ ਸਾਹਿਬ ਨੇ ਪਹਿਲਾਂ ਹੀ ਮੈਨੂੰ ਵਕੀਲ ਹੋਣ ਦਾ ਰੁਤਬਾ ਇਹ ਕਹਿ ਕੇ ਦੇ ਦਿੱਤਾ ਸੀ ਕਿ ਮੈਂ ਵੀ ਹੁਣ ਆਫੀਸਰ ਆਫ ਦਾ ਕੋਰਟ ਹਾਂ। ਇਸ ਗੱਲ ਕਰਕੇ ਵੀ ਮੈਨੂੰ ਅੰਦਰੋਂ ਅੰਦਰੀ ਬੜਾ ਹੌਸਲਾ ਸੀ। ਜੱਜ ਸਾਹਿਬ ਦੀ ਤਿਊੜੀ ਤੋਂ ਮੈਂ ਅੰਦਾਜ਼ਾ ਲਾਇਆ ਕਿ ਸਰਕਾਰੀ ਵਕੀਲ ਦੀ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ, ਪਰ ਮੇਰੀ ਗੱਲ ਵਿੱਚ ਉਹ ਦਿਲਚਸਪੀ ਲੈਂਦੇ ਸਨ। ਇਹ ਵੀ ਮੈਨੂੰ ਬਹੁਤ ਵੱਡਾ ਹੌਸਲਾ ਸੀ। ਜੇ ਉਹ ਮੈਨੂੰ ਇੱਕ ਵੀ ਦਬਕਾ ਮਾਰ ਦਿੰਦੇ ਤਾਂ ਸ਼ਾਇਦ ਮੇਰਾ ਪੜ੍ਹਿਆ ਪੜ੍ਹਾਇਆ ਸਭ ਕੁਝ ਮੈਨੂੰ ਭੁੱਲ ਜਾਣਾ ਸੀ। ਜੱਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਕਿਹਾ, ਸੱਭਰਵਾਲ ਸਾਹਿਬ, ਨਾਓ ਦ ਟੇਬਲ ਆਰ ਰਨਿੰਗ, ਨਾਓ ਦ ਟੇਬਲਸ ਆਰ ਰਨਿੰਗ, ਅਰਥਾਤ ਹੁਣ ਬਾਜੀ ਪੁੱਠੀ ਪੈ ਰਹੀ ਹੈ। ਇਹ ਤਾਂ ਕਹਿੰਦੇ ਨੇ ਖਾਲਿਸਤਾਨ ਕਹਿਣਾ ਕੋਈ ਜੁਰਮ ਹੀ ਨਹੀਂ, ਕਿਉਂਕਿ ਇਸ ਦੇਸ਼ ਨੂੰ ਪਹਿਲਾਂ ਹੀ ਪ੍ਰਵਾਨਿਤ ਨਾਂ ਤੋਂ ਬਿਨਾਂ ਹੋਰ ਨਾਂ ਨਾਲ ਬੁਲਾਉਂਦੇ ਹਨ। ਸੱਭਰਵਾਲ ਨੇ ਕਿਹਾ, ਜੀ ਇਹਨਾਂ ਨੂੰ ਬੋਲ ਲੈਣ ਦਿਓ, ਮੇਰੀ ਇੱਕ ਦਲੀਲ ਅੱਗੇ ਹੀ ਇਹਨਾਂ ਦੀ ਕੋਈ ਦਲੀਲ ਨਹੀਂ ਟਿਕਣੀ। ਜਦੋਂ ਤੋਂ ਜੱਜ ਸਾਹਿਬ ਨੇ ਮੇਰੇ ਨਾਲ ਚੰਗਾ ਵਿਹਾਰ ਕੀਤਾ, ਉਸ ਤੋਂ ਬਾਅਦ ਸਰਕਾਰੀ ਵਕੀਲ ਵੀ ਮੈਨੂੰ ਤੂੰ ਵਰਗਾ ਸ਼ਬਦ ਨਾ ਕਹਿ ਸਕਿਆ। ਆਪਣੀ ਗੱਲਬਾਤ ਵਿੱਚ ਉਹ ਵੀ ਇਹਨਾਂ ਦਾ ਤੁਸੀਂ ਆਦਿ ਸ਼ਬਦ ਵਰਤਣ ਲੱਗ ਪਿਆ ਸੀ। ਇਸ ਨਿੱਕੀ ਜਿਹੀ ਗੱਲ ਨਾਲ ਵੀ ਮੇਰਾ ਬੜਾ ਹੌਸਲਾ ਵਧਿਆ। ਮੈਂ ਫਿਰ ਕਿਹਾ, ਜੀ ਅਲਾਮਾ ਇਕਬਾਲ ਇੱਕ ਉਰਦੂ ਦਾ ਸ਼ਾਇਰ ਹੋਇਆ ਹੈ, ਉਸ ਨੂੰ ਆਪਣੇ ਵਤਨ ਹਿੰਦੁਸਤਾਨ ਨਾਲ ਬਹੁਤ ਪਿਆਰ ਸੀ। ਉਸ ਨੇ ਇੱਕ ਤਰਾਨਾ ਲਿਖਿਆ ਹੈ। ਜੱਜ ਸਾਹਿਬ ਨੇ ਪੁੱਛਿਆ, ਤਰਾਨਾ ਕੀ ਹੁੰਦਾ ਹੈ? ਮੈਂ ਕਿਹਾ, ਜੀ ਸਮੂਹ ਗਾਨ, ਜਿਹਨੂੰ ਇਕੱਠੇ ਹੋ ਕੇ ਗਾਇਆ ਜਾਂਦਾ ਹੈ। ਉਹ ਕਹਿਣ ਲੱਗੇ, ਜਾਰੀ ਰੱਖੋ। ਮੈਂ ਕਿਹਾ, ਜੀ ਉਹਨਾਂ ਲਿਖਿਆ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ हैं इसकी, ये ਗੁਲਸਤਾਨ ਹਮਾਰਾ। ਫਿਰ ਉਹਨਾਂ ਦਾ ਤਰਜਮਾ ਬਦਲ ਗਿਆ। ਜਦੋਂ ਮੁਸਲਮਾਨਾਂ ਨੂੰ ਨਹੱਕ ਹੀ ਸਤਾਇਆ ਤੇ ਪਰੇਸ਼ਾਨ ਕੀਤਾ ਗਿਆ ਤਾਂ ਉਹਨਾਂ ਦਾ ਦਿਲ ਇੰਨਾ ਖੱਟਾ ਹੋਇਆ ਕਿ ਅਲਾਮਾ ਇਕਬਾਲ ਨੇ ਇੱਕ ਹੋਰ ਸ਼ੇਰ ਲਿਖਿਆ, ਮੁੱਦतें हुई हैं इतनी रजों गम सहते हुए, शर्म सी आती है इस वतन को वतन कहते हुए। ਵਕੀਲਾਂ ਵਿੱਚ ਖਲੋਤੇ ਇੱਕ ਵਕੀਲ ਨੇ ਵੀ ਬੋਲਿਆ ਜੋ ਸਾਰਿਆਂ ਸੁਣਿਆ। ਜੱਜ ਸਾਹਿਬ ਨੇ ਇਹ ਸਾਰਾ ਮੈਨੂੰ ਦੁਬਾਰਾ ਪੁੱਛ ਕੇ ਲਿਖਿਆ। ਸਰਕਾਰੀ ਵਕੀਲ ਨੇ ਕਿਹਾ, ਇਹਦੇ ਵਿੱਚ ਇਹ ਗੱਲ ਤਾਂ ਕਿਤੇ ਸਾਫ਼ ਨਹੀਂ ਹੁੰਦੀ ਕਿ ਹਿੰਦੁਸਤਾਨ ਨੂੰ ਵਤਨ ਕਹਿੰਦੇ ਹਨ। ਅਸਲ ਵਿੱਚ ਠੇਠ ਹੋ ਕੇ ਉਹ ਗੱਲ ਨੂੰ ਉਲਝਾ ਰਿਹਾ ਸੀ। ਜੱਜ ਸਾਹਿਬ, ਮੈਂ ਫਿਰ ਕਿਹਾ, ਲਿਖਾਰੀ ਨੇ ਹੋਰ ਸਪਸ਼ਟ ਕੀਤਾ ਹੈ, ਮਜਮ ਨਹੀਂ ਸਿਖਾਤਾ ਆਪਸ ਮੇਂ बैर रखना, हिंदी है हम वतन है हिंदुस्तान हमारा। ਮੈਂ ਕਿਹਾ, ਜੀ ਹੁਣ ਤਾਂ ਔਕਾ ਕੋਈ ਸ਼ੱਕ ਨਹੀਂ ਰਹਿੰਦਾ ਕਿ ਇਸ ਦੇਸ਼ ਨੂੰ ਹਿੰਦੁਸਤਾਨ ਨਹੀਂ ਕਹਿੰਦੇ। ਸੱਭਰਵਾਲ ਬੋਲਿਆ, ਉਹ ਤਾਂ ਦੇਸ਼ ਛੱਡ ਕੇ ਪਾਕਿਸਤਾਨ ਚਲਾ ਗਿਆ। ਇਹ ਤਾਂ ਇੱਕ ਵਿਦੇਸ਼ੀ ਲਿਖਾਰੀ ਦੀਆਂ ਲਿਖੀਆਂ ਹੋਈਆਂ ਟੂਕਾਂ ਨੇ, ਇਹਨਾਂ ਦਾ ਇਸ ਦੇਸ਼ ਨਾਲ ਕੀ ਸੰਬੰਧ? ਮੈਂ ਫੱਟ ਬੋਲ ਪਿਆ, ਇਹ ਧਾਰਾ 153B ਜਿਸ ਦੇ ਤਹਿਤ ਮੇਰੇ ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ, ਇਹ ਵੀ ਤਾਂ ਵਿਦੇਸ਼ੀਆਂ ਦੀ ਹੀ ਲਿਖੀ ਹੋਈ ਹੈ। ਅੰਗਰੇਜ਼ਾਂ ਨੇ ਇਹ ਕਾਨੂੰਨ ਬਣਾਏ ਸਨ, ਉਹ ਹੁਣ ਇੱਥੇ ਕਿੱਥੇ ਹਨ?
ਉਹ ਵੀ ਤਾਂ ਇੰਗਲੈਂਡ ਚਲੇ ਗਏ ਹਨ। ਜੱਜ ਸਾਹਿਬ ਉੱਚੀ ਸਾਰੀ ਹੱਸੇ। ਅਦਾਲਤ ਵਿੱਚ ਖਲੋਤੇ ਸਾਰੇ ਵਕੀਲ ਵੀ ਹੱਸ ਪਏ। ਫਿਰ ਸਰਕਾਰੀ ਵਕੀਲ ਡੁੰਨ-ਵੱਟਾ ਬਣਿਆ ਰਿਹਾ। ਸਰਕਾਰੀ ਵਕੀਲ ਨੇ ਗਵਾਹ ਲੰਬਰਦਾਰ ਗੁਰਦੀਪ ਸਿੰਘ ਬਾਰੇ ਕਿਹਾ ਕਿ ਉਹ ਵੀ ਮੌਕੇ 'ਤੇ ਸਨ। ਮੈਂ ਕਿਹਾ ਜੀ, ਉਹਨਾਂ ਨੂੰ ਤਾਂ ਅਮਰੀਕਾ ਗਿਆ ਨੂੰ 3 ਸਾਲ ਹੋ ਗਏ ਨੇ, ਅਜੇ ਤੱਕ ਵਾਪਸ ਨਹੀਂ ਆਏ। ਸਰਕਾਰੀ ਵਕੀਲ ਨੇ ਕਿਹਾ, ਜਨਾਬ ਇਹਨਾਂ ਨੂੰ ਕਿਵੇਂ ਪਤਾ ਹੈ? ਮੈਂ ਜੱਜ ਵੱਲ ਮੂੰਹ ਕਰਕੇ ਕਿਹਾ, ਜੀ ਉਹਨਾਂ ਦਾ ਵੱਡਾ ਲੜਕਾ ਅਜੇ ਪਰਸੋਂ ਹੀ ਮੈਨੂੰ ਮਿਲਿਆ ਸੀ। ਮੈਂ ਪੁੱਛਿਆ, ਭਾਜੀ ਨਹੀਂ ਆਏ? ਤਾਂ ਉਸਨੇ ਕਿਹਾ, ਅਜੇ 3 ਕੁ ਮਹੀਨੇ ਹੋਰ ਲੱਗ ਜਾਣੇ ਹਨ। ਉਹਨਾਂ ਦੇ ਆਉਣ ਨੂੰ ਜੱਜ ਨੇ ਮੈਨੂੰ ਬਰੀ ਕਰਨ ਤੋਂ ਪਹਿਲਾਂ ਥਾਣੇਦਾਰ ਗੁਰਦੀਪ ਸਿੰਘ ਨੂੰ ਇਹ ਕਹਿ ਕੇ ਝਾੜ ਪਾਈ ਕਿ ਪੁਲਿਸ ਦਾ ਕੰਮ ਹੁਣ ਇਸ ਤਰ੍ਹਾਂ ਦੇ ਕੇਸ ਬਣਾ ਕੇ ਵਿਚਾਰੇ ਪੜ੍ਹੇ ਲਿਖੇ ਲੋਕਾਂ ਨੂੰ ਪਰੇਸ਼ਾਨ ਕਰਨਾ ਹੀ ਰਹਿ ਗਿਆ ਹੈ। ਫਿਰ ਮੈਂ ਇਸ ਤੋਂ ਬਾਅਦ ਨਹੀਂ ਬੋਲਿਆ, ਚੁੱਪ ਕਰਕੇ ਖੜਾ ਰਿਹਾ। ਅੰਗਰੇਜ਼ਾਂ ਵਾਲੀ ਗੱਲ ਕਰਕੇ ਮੈਂ ਵੀ ਉਦਾਸ ਹੋਏ ਬਿਨਾਂ ਨਹੀਂ ਰਹਿ ਸਕਿਆ। ਮੇਰੇ ਮਨ ਵਿੱਚ ਵੀ ਆਈ, ਵੇਖੋ ਇਸੇ ਕਾਨੂੰਨ ਤਹਿਤ ਹੀ ਅੰਗਰੇਜ਼ਾਂ ਨੇ ਸਾਡੇ ਆਜ਼ਾਦੀ ਮੰਗਣ ਵਾਲੇ ਬਜ਼ੁਰਗਾਂ ਨੂੰ ਜੂਦ ਫੇਰਿਆ ਤੇ ਉਸੇ ਕਾਨੂੰਨ ਤਹਿਤ ਹੀ ਅੱਜ ਸਾਨੂੰ ਜਲੀਲ ਕੀਤਾ ਜਾ ਰਿਹਾ। ਕਾਨੂੰਨ ਵੀ ਉਹੋ ਹੀ ਹੈ, ਅਸੀਂ ਵੀ ਉਹੋ ਹੀ ਹਾਂ। ਫਿਰ ਅੰਗਰੇਜ਼ਾਂ ਨਾਲੋਂ ਹੁਣ ਦੀ ਸਰਕਾਰ ਦਾ ਬਦਲਿਆ ਕੀ? ਇੱਕ ਵਕੀਲ ਨੇ ਹੱਥ ਖੜਾ ਕੀਤਾ ਜਿਵੇਂ ਕਲਾਸ ਵਿੱਚ ਮੁੰਡੇ ਕਰਦੇ ਹਨ। ਉਸਨੇ ਕਿਹਾ, ਜਨਾਬ ਮੈਂ ਹੁਣੇ ਹੀ ਇੰਡੀਆ ਲਾ ਰਿਪੋਰਟ ਪੜ੍ਹ ਕੇ ਆਇਆ ਹਾਂ, ਜਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਖਾਲਿਸਤਾਨ ਕਹਿਣਾ ਕੋਈ ਜੁਰਮ ਨਹੀਂ। ਆਪ ਜੀ ਦਾ ਹੁਕਮ ਹੋਵੇ ਤਾਂ ਬਾਰ ਦੀ ਲਾਇਬ੍ਰੇਰੀ ਦੇ ਮੇਜ਼ 'ਤੇ ਹੀ ਪਿਆ ਹੈ, ਮੈਂ ਲਿਆ ਕੇ ਵਿਖਾਵਾਂ? ਜੱਜ ਸਾਹਿਬ ਨੇ ਆਪਣੇ ਰੀਡਰ ਨੂੰ ਕਿਹਾ, ਚੌਧਰੀ ਸਾਹਿਬ ਤੁਸੀਂ ਲਿਆਓ। ਰੀਡਰ ਗਿਆ ਤੇ 2-3 ਮਿੰਟ ਵਿੱਚ ਹੀ ਕਿਤਾਬ ਲੈ ਆਇਆ। ਵਕੀਲ ਨੇ ਅੱਗੋਂ ਹੋ ਕੇ ਕਿਤਾਬ ਚੌਧਰੀ ਦੇ ਹੱਥੋਂ ਫੜੀ ਤੇ ਵਰਕਾ ਲੱਭ ਕੇ ਕਿਤਾਬ ਜੱਜ ਅੱਗੇ ਕਰ ਦਿੱਤੀ। ਉਸਨੇ ਪੜ੍ਹਿਆ ਤੇ ਸਿਰ ਹਿਲਾ ਕੇ ਕਿਹਾ, ਬਰੀ ਨੋਟਿਸ ਟੂ ਪੁਲਿਸ। ਮੇਰੇ ਕੰਨ ਛਾਂ-ਛਾਂ ਕਰ ਰਹੇ ਸਨ, ਜਿਵੇਂ ਕੰਨਾਂ ਵਿੱਚ ਬੀਂਡੇ ਬੋਲਦੇ ਹਨ। ਜੱਜ ਸਾਹਿਬ ਦੇ ਬਰੀ ਕਹਿਣ ਤੇ ਵੀ ਮੈਂ ਕਟਹਿਰੇ ਵਿੱਚ ਹੀ ਖਲੋਤਾ ਰਿਹਾ, ਜਿਵੇਂ ਸੁਣਿਆ ਹੀ ਨਾ ਹੋਵੇ। ਜੱਜ ਸਾਹਿਬ ਨੇ ਕਿਹਾ, ਤੁਹਾਨੂੰ ਬਰੀ ਕਰ ਦਿੱਤਾ ਹੈ, ਜਾਓ। ਮੈਂ ਜੱਜ ਸਾਹਿਬ ਦਾ ਧੰਨਵਾਦ ਕਰਕੇ ਬਾਹਰ ਨਿਕਲਿਆ ਤਾਂ ਕਈ ਵਕੀਲ ਵੀ ਮੇਰੇ ਨਾਲ ਹੀ ਬਾਹਰ ਆ ਗਏ। ਇੱਕ ਵਕੀਲ ਨੇ ਕਿਹਾ, ਆਓ ਤੁਹਾਨੂੰ ਚਾਹ ਪਿਆਈਏ, ਬਹੁਤ ਵਧੀਆ ਬਹਿਸ ਕੀਤੀ ਤੁਸੀਂ। ਇੱਕ ਹੋਰ ਵਕੀਲ ਨੇ ਕਿਹਾ, ਵੈਲ ਡਨ। ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਪ੍ਰਸ਼ੰਸਾ ਕੀਤੀ। ਚਾਹ ਪੀਂਦਿਆਂ ਇੱਕ ਵਕੀਲ ਨੇ ਬਾਕੀਆਂ ਨੂੰ ਸੰਬੋਧਨ ਕਰਕੇ ਕਿਹਾ, ਇੱਕ ਗੱਲ ਹੈ, ਜਿਸ ਤਰ੍ਹਾਂ ਇਹਨਾਂ ਨੇ ਆਪਣਾ ਕੇਸ ਲੜਿਆ ਹੈ, ਇਸ ਤਰ੍ਹਾਂ ਦਾ ਇਹਨਾਂ ਦੇ ਵਕੀਲ ਨੇ ਵੀ ਨਹੀਂ ਸੀ ਲੜਨਾ। ਇੱਕ ਹੋਰ ਨੇ ਕਿਹਾ, ਸੱਭਰਵਾਲ ਦੀ ਬੜੀ ਪੀ ਬੋਲੀ, ਬਹੁਤ ਮਜ਼ਾ ਆਇਆ। ਸਤਿਗੁਰੂ ਜਦੋਂ ਮਦਦ ਤੇ ਆਵੇ ਤਾਂ ਗੂੰਗਿਆਂ ਨੂੰ ਵੀ ਜ਼ੁਬਾਨ ਬਖਸ਼ ਦਿੰਦਾ ਹੈ। ਇਹ ਮੈਂ ਸੁਣਿਆ ਤਾਂ ਬਹੁਤ ਵਾਰੀ ਸੀ, ਪਰ ਮੇਰੇ ਨਾਲ ਵਾਪਰਿਆ ਪਹਿਲੀ ਵਾਰੀ ਸੀ। ਸਿਰਲੇਖ, ਸਿੱਖਾਂ ਦੀ ਅਸਲੀ ਦੁਸ਼ਮਣ ਰਾਸ਼ਟਰੀ ਸਿੱਖ ਸੰਗਤ। ਸ਼ਾਮ, ਦਾਮ, ਦੰਡ ਭੇਦ, ਇਹ 4 ਤਰੀਕੇ ਹਿੰਦੂਆਂ ਨੇ ਚਾਣਕੀਆ ਤੋਂ ਸਿੱਖੇ ਹਨ। ਸਿੱਖੇ ਹੀ ਨਹੀਂ ਬਲਕਿ ਸਿੱਖਾਂ ਦੇ ਵਰਤ ਕੇ ਵੀ ਵੇਖੇ ਹਨ। ਇਹ ਬਹੁਤ ਕਾਮਯਾਬ ਫਾਰਮੂਲਾ ਹੈ। ਸਿੱਖ ਲੀਡਰਸ਼ਿਪ ਤਾਂ ਇਹਦੇ ਨਾਲ ਕਈ ਵਾਰ ਚਿੱਤ ਹੋ ਚੁੱਕੀ ਹੈ, ਪਰ ਖਾੜਕੂ ਸੋਚ ਰੱਖਣ ਵਾਲਾ ਸਿੱਖ ਅਜੇ ਇਹਨਾਂ ਦੇ ਚੱਜ ਨਾਲ ਢਏ ਨਹੀਂ ਚੜਿਆ। ਕਿਸੇ ਨਾ ਕਿਸੇ ਤਰੀਕੇ ਨਾਲ ਚਾਣਕੀਆ ਫਾਰਮੂਲਾ ਹੀ ਫਿੱਟ ਬੈਠਣਾ ਸੀ। ਕਿਸੇ ਨਾ ਕਿਸੇ ਤਰੀਕੇ ਨਾਲ ਚਾਣਕੀਆ ਫਾਰਮੂਲਾ ਹੀ ਫਿੱਟ ਬੈਠਣਾ ਸੀ। ਇਕੱਲੇ ਸਿੱਖ ਮਗਰ ਤਾਂ ਭੱਜਿਆ ਨਹੀਂ ਸੀ ਜਾ ਸਕਦਾ। ਫਿਰ ਉਹਨਾਂ ਨੇ ਖਾੜਕੂ ਅਖਵਾਉਣ ਵਾਲੀ ਸੰਸਥਾ ਦਮਦਮੀ ਟਕਸਾਲ ਵੱਲ ਧਿਆਨ ਮਾਰਿਆ। ਹਾਥੀ ਕੇ ਪਾਉ ਮੈਂ ਸਭ ਕਾ ਪਾਉ ਕੰਮ ਬਣ ਗਿਆ। ਜਿਸ ਚਾਣਕੀਆ ਨੇ ਉਪਰੋਕਤ ਫਾਰਮੂਲਾ ਦੱਸਿਆ ਸੀ, ਉਸਨੇ ਹੋਰ ਵੀ ਬੜੇ ਚੰਗੇ ਫਾਰਮੂਲੇ ਦੱਸੇ ਹਨ। ਇਸ ਵਾਰ ਫਾਰਮੂਲਾ ਬਦਲ ਦਿੱਤਾ ਗਿਆ। ਲਗਭਗ ਕਾਮਯਾਬੀ ਵੀ ਯਕੀਨੀ ਹੀ ਹੈ। ਹੋਇਆ ਇਸ ਤਰ੍ਹਾਂ ਕਿ ਚਾਣਕੀਆ ਟੈਕਸਲਾ ਯੂਨੀਵਰਸਿਟੀ, ਜਿਸ ਨੂੰ ਤਕਸ਼ਲਾ ਵੀ ਕਹਿੰਦੇ ਹਨ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਦਾ ਪੜ੍ਹਿਆ ਹੋਇਆ ਹੈ। ਇੱਕ ਵਾਰ ਸਕੂਲ ਜਾਂਦਿਆਂ ਉਸ ਦੀ ਧੋਤੀ ਇੱਕ ਝਾੜੀ ਨਾਲ ਅੜ ਕੇ ਪਾੜ ਗਈ। ਦੋਸਤਾਂ ਸਮਝਿਆ ਇਹ ਬੜਾ ਗੁਸੈਲ ਹੈ, ਝਾੜੀ ਨੂੰ ਤੋੜ ਮਰੋੜ ਕੇ ਛੱਡੇਗਾ,
ਪਰ ਉਹ ਚੁੱਪਚਾਪ ਚਲਾ ਗਿਆ ਤੇ ਦੂਸਰੇ ਦਿਨ ਸਕੂਲ ਆਉਣ ਲੱਗਿਆਂ ਗੜਵਾ ਪਾਣੀ ਦਾ ਭਰ ਕੇ ਲਿਆਇਆ ਤੇ ਝਾੜੀ ਨੂੰ ਪਾਇਆ। ਫਿਰ ਸਕੂਲੋਂ ਘਰ ਆਉਂਦਿਆਂ ਵੀ ਇਦਾਂ ਹੀ ਕੀਤਾ। 4 ਦਿਨ ਲਗਾਤਾਰ ਉਹ ਝਾੜੀ ਨੂੰ 2 ਗੜਵੇ ਪਾਣੀ ਪਾਉਂਦਾ ਰਿਹਾ। 5ਵੇਂ ਦਿਨ ਨਿੱਠ ਕੇ ਝਾੜੀ ਦੇ ਕੋਲ ਬਹਿ ਗਿਆ ਤੇ ਮੁੱਢ ਨੂੰ ਹੱਥ ਪਾ ਕੇ ਇਹਨੇ ਜ਼ੋਰ ਨਾਲ ਝਟਕਾ ਮਾਰਿਆ ਕਿ ਝਾੜੀ ਜੜ੍ਹਾਂ ਸਮੇਤ ਪੁੱਟ ਕੇ ਆਓ ਮਾਰੀ। ਫਿਰ ਉਸਨੇ ਆਪਣੇ ਹੈਰਾਨ ਹੋਏ ਸਾਥੀਆਂ ਨੂੰ ਕਿਹਾ, ਇਦਾਂ ਕਿਸੇ ਦਾ ਤਲਾ ਮੁਲਾ ਪੁੱਟੀਦਾ ਹੈ। ਇਦਾਂ ਦਾ ਕੰਮ ਕਰਨ ਲੱਗਿਆਂ ਜੜ੍ਹਾਂ ਨੂੰ ਪਾਣੀ ਦੇਣਾ ਜ਼ਰੂਰੀ ਹੈ। ਇਹੋ ਕੰਮ ਹੁਣ ਭਾਰਤੀ ਜਨਤਾ ਪਾਰਟੀ ਜਾਂ RSS ਕਰ ਰਹੀ ਹੈ। ਉਹਨਾਂ ਦੀ ਧੋਤੀ ਟਕਸਾਲ ਰੂਪੀ ਝਾੜੀ ਵਿੱਚ ਫਸੀ। ਉਹਨਾਂ ਉਸ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਹੈ। ਸੁਦਰਸ਼ਨ ਦੀ ਟਕਸਾਲ ਨਾਲ ਗੱਲ ਕਰਾਉਣ ਵਾਲੀਆਂ 2 ਬੀਬੀਆਂ ਦਾੜੀਆਂ ਟਕਸਾਲੀ ਹੀ ਸਨ। RSS, ਜਿਸ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਕਿਹਾ ਜਾਂਦਾ ਹੈ, ਗੰਗੂ ਦੇ ਵਾਰਸ ਹਨ। ਇਹਨਾਂ ਨੇ ਅੱਗੋਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀ ਇੱਕ ਸੰਸਥਾ ਤਿਆਰ ਕਰ ਲਈ। ਉਸ ਦਾ ਨਾਮ ਵੀ RSS ਹੀ ਰੱਖਿਆ, ਪਰ ਉਹ ਰਾਸ਼ਟਰੀ ਸਿੱਖ ਸੰਗਤ ਦੇ ਨਾਂ ਥੱਲੇ ਚਲਾਈ। ਇਸ ਤਰ੍ਹਾਂ ਇਹ 2 ਭੈਣਾਂ ਸੀਤਾ ਅਤੇ ਗੀਤਾ ਵਾਂਗ ਇੱਕੋ ਸ਼ਕਲ ਸੂਰਤ ਦੀਆਂ ਬਣਾ ਕੇ ਪੰਜਾਬ ਦੇ ਰੰਗਮੰਚ ਤੇ ਲਿਆਂਦੀਆਂ ਗਈਆਂ। ਇੱਕ ਲੱਤ ਮਾਰਦੀ ਹੈ, ਦੂਜੀ ਪਲੋਸ ਕੇ ਖੁਸ਼ ਹੁੰਦੀ ਹੈ। ਦੋਵੇਂ ਭੈਣਾਂ ਹੀ ਲੰਮੇ ਤੇ ਸੁੰਦਰ ਵਾਲਾਂ ਵਾਲੀ ਭਾਰਤ ਮਾਤਾ ਦੀਆਂ ਬੇਟੀਆਂ ਹਨ। ਬਹੁਤ ਸੁੰਦਰ ਤੇ ਮੜੰਗਾ ਆਪਣੀ ਮਾਂ ਨਾਲ ਮਿਲਦਾ ਜੁਲਦਾ। ਪਰ ਇਹਨਾਂ ਦੋਵਾਂ ਭੈਣਾਂ ਵਿੱਚ ਛੋਟੀ ਦੇ ਹੱਥ ਤ੍ਰਿਸ਼ੂਲ ਤੇ ਮਾਰੂ ਹਥਿਆਰਾਂ ਦੀ ਥਾਂ ਇੱਕ ਹੱਥ ਵਿੱਚ ਗੁਲਾਬ ਦਾ ਫੁੱਲ ਤੇ ਦੂਜੇ ਹੱਥ ਵਿੱਚ ਦਸਮ ਗ੍ਰੰਥ ਹੈ। 1984 ਦੇ ਦੰਗਿਆਂ ਦੇ ਡਰੇ ਹੋਏ ਸਿੱਖ ਫੱਟ ਇਸ ਰਾਸ਼ਟਰੀ ਸਿੱਖ ਸੰਗਤ ਵਿੱਚ ਸ਼ਾਮਲ ਹੋ ਗਏ ਹਨ, ਜਾਂ ਦੂਜੇ ਅਰਥਾਂ ਵਿੱਚ ਇਹਨਾਂ ਸਿੱਖਾਂ ਦਾ ਸ਼ੁੱਧ ਰੂਪ ਵਿੱਚ ਭਾਰਤੀਕਰਨ ਕਰ ਦਿੱਤਾ ਗਿਆ ਹੈ। ਹੁਣ ਇਸੇ ਹੀ ਤਰ੍ਹਾਂ ਦਾ ਭਾਰਤੀਕਰਨ ਮੁਸਲਮਾਨਾਂ ਤੇ ਈਸਾਈਆਂ ਦਾ ਕਰਨ ਲਈ ਗੱਲ ਚੱਲ ਰਹੀ ਹੈ। ਉਹਨਾਂ ਦਾ ਹੁੰਦਾ ਹੈ ਕਿ ਨਹੀਂ ਕਰ ਸਕਦੇ ਹਨ ਜਾਂ ਨਹੀਂ, ਪਰ ਸਿੱਖਾਂ ਦਾ ਤਾਂ ਪੂਰੀ ਤਰ੍ਹਾਂ ਭਾਰਤੀਕਰਨ ਹੋ ਚੁੱਕਾ ਹੈ। ਸਭ ਤੋਂ ਪਹਿਲਾਂ ਕੱਟੜ ਹਿੰਦੂ ਵਰਗ ਨੂੰ ਉਸ ਸੰਸਥਾ ਵਿੱਚ ਦਾਖਲਾ ਮਿਲਿਆ ਜਿਸ ਦੇ ਉੱਤੇ ਦੀ ਕਾਂ ਉੱਡ ਕੇ ਨਹੀਂ ਸੀ ਲੰਘਦਾ ਤੇ ਸਰਕਾਰ ਤੇ ਪੁਲਿਸ ਇਸ ਤੋਂ ਥਰ-ਥਰ ਕੰਬਦੀ ਸੀ। ਸਭ ਤੋਂ ਪਹਿਲਾਂ ਕੱਟੜ ਰੰਗ ਵਿੱਚ ਰੰਗੇ ਹੋਏ ਕੌੜੇ ਤੁੰਮਿਆਂ ਨੂੰ ਬਾਣੀ ਰੂਪੀ ਇਸ਼ਨਾਨ ਕਰਵਾਏ ਗਏ। ਫਿਰ ਉਹਨਾਂ ਦਾ ਮੂੰਹ ਮੁਹਾਂਦਰਾ ਸਵਾਰ ਕੇ ਸਾਰੀਆਂ ਧਾਰਮਿਕ ਰਸਮਾਂ ਕਰਕੇ ਪੰਜਾਬ ਦੀ ਸਿੱਖ ਸੰਗਤ ਵਿੱਚ ਉਤਾਰਿਆ ਗਿਆ, ਕਿਉਂਕਿ ਬ੍ਰਾਹਮਣ ਨੂੰ ਪਤਾ ਹੈ ਕਿ ਦੁਸ਼ਮਣ ਬਣ ਕੇ ਕਿਸੇ ਨੂੰ ਅੰਮ੍ਰਿਤ ਵੀ ਨਹੀਂ ਪਿਆਇਆ ਜਾ ਸਕਦਾ, ਪਰ ਦੋਸਤ ਬਣ ਕੇ ਜ਼ਹਿਰ ਵੀ ਦਿੱਤਾ ਜਾ ਸਕਦਾ ਹੈ। ਇੱਕ ਪਾਸੇ ਉਹਨਾਂ ਨੂੰ ਦੀਕਸ਼ਿਤ ਕਰਨ ਵਾਲੇ ਪ੍ਰਸੰਨ ਹਨ ਤੇ ਦੂਜੇ ਪਾਸੇ ਉਹਨਾਂ ਦੀ ਸਿੱਖ ਸੰਗਤ ਵਿੱਚ ਘੁਸਪੈਠ ਕਰਾਉਣ ਵਾਲੇ ਪ੍ਰਸੰਨ ਹਨ, ਤੇ ਉਧਰ ਆਪਣੀ ਹੋਣੀ ਤੋਂ ਅਣਜਾਣ ਬੇਸਮਝ ਸਿੱਖ ਡਿਗਰ ਵੇਖੀ ਜਾਂਦੇ ਹਨ। ਹੁਣ ਜਦੋਂ ਉਹਨਾਂ ਤਿਆਰ ਬਰ ਤਿਆਰ ਬਾਣੀ ਦੇ ਬੋਹਤਿਆਂ ਨੇ ਪਿੰਡ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ ਪਹੁੰਚਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ, ਤਾਂ ਉਹ ਹੁਣ ਇਕੱਲੇ ਨਹੀਂ, ਹਰ ਪਿੰਡ ਵਿੱਚ 1-2 ਘਰ ਉਹਨਾਂ ਦੇ ਨਾਲ ਹਨ। ਉਹਨਾਂ ਨੂੰ ਅਹੁਦੇ ਦੇ ਦਿੱਤੇ ਗਏ ਹਨ, ਮੋਬਾਈਲ ਫੋਨ ਤੇ ਹੋਰ ਕਈ ਸਹੂਲਤਾਂ ਦੇ ਦਿੱਤੀਆਂ ਗਈਆਂ ਹਨ। ਆਪਣੇ ਹਮਾਇਤੀ ਬਣਾ ਕੇ ਉਹਨਾਂ ਨੂੰ ਪੰਜਾਬ ਦੇ ਪਿੰਡ ਤੇ ਘਰ ਵਿੱਚ ਪਹੁੰਚਣ ਲਈ ਚਾਬੀ ਦੇ ਦਿੱਤੀ ਗਈ ਹੈ। ਜਿਹੜੇ ਗੁਰੂ ਜੀ ਦੇ ਹੁਕਮ ਦੀ ਅਧੂਲੀ ਕਰਕੇ ਵਡਭਾਗ ਸਿੰਘ ਦੇ ਡੇਰੇ ਤੇ ਕਰਤਾਰਪੁਰ ਦੇ ਧੀਰ ਮੱਲੀਏ ਤੇ ਗੰਦੇ ਛੱਪੜ ਵਿੱਚ ਫੋੜੇ ਫਿੰਸੀਆਂ ਹਟਾਉਣ ਲਈ ਇਸ਼ਨਾਨ ਕਰਨ ਜਾਂਦੇ ਸਨ ਤੇ ਮੀਣੀਆਂ ਨਾਲ ਸੰਬੰਧ ਰੱਖਣ ਵਾਲੇ ਸਿੱਖ ਸਨ, ਉਹ ਆਪਣੇ ਆਪ ਹੀ ਇਸ ਨਵੀਂ ਬਣੀ ਰਾਸ਼ਟਰੀ ਸਿੱਖ ਸੰਗਤ ਦੀ ਟੋਲੀ ਨਾਲ ਤੁਰਨ ਲੱਗ ਪਏ ਹਨ। ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਵੀ ਇਹਨਾਂ ਦੇ ਨਾਲ ਹੈ। ਇਹ ਮੋਹਰਾ ਐਸਾ ਖੰਡ ਵਿੱਚ ਲਪੇਟਿਆ ਗਿਆ ਹੈ ਕਿ ਖਾਣ ਵਾਲੇ ਨੂੰ ਉੱਕਾ ਹੀ ਸ਼ੱਕ ਨਹੀਂ ਪੈਂਦਾ ਤੇ ਸਿੱਖ ਇਸ ਨੂੰ ਚਾਕਲੇਟ ਸਮਝ ਕੇ ਛਕੀ ਜਾ ਰਹੇ ਹਨ। ਪੰਜਾਬ ਦੇ ਗੁੱਠੇ ਲੱਗੇ ਸਾਧ ਇਹਨਾਂ ਨੇ ਨਾਲ ਲਾ ਲਏ ਹਨ। ਅੱਗੋਂ ਇਹਨਾਂ ਸਾਧਾਂ ਨੇ ਆਪਣੇ ਚੇਲੇ ਚਾਟਿਆਂ ਰਾਹੀਂ ਤੰਦੂਏ ਵਾਂਗ ਜਾਲ ਫੈਲਾ ਰੱਖਿਆ ਹੋਇਆ ਹੈ। ਕਹਿੰਦੇ ਹਨ 300 ਸਾਲਾ ਸਾਜਨਾ ਦਿਵਸ ਮਨਾਉਣ ਲਈ ਨਿਯਤ ਕੀਤੇ ਗਏ 300 ਕਰੋੜ ਰੁਪਏ ਵਿੱਚੋਂ 100 ਕਰੋੜ ਰੁਪਇਆ ਜਿਹੜਾ ਦਿੱਤਾ ਹੀ ਇਸ ਕੰਮ ਵਾਸਤੇ ਗਿਆ ਸੀ, ਵਿੱਚੋਂ ਸਿੱਖ ਮੁੰਡਿਆਂ ਨੂੰ ਵੀ ਕੁਝ ਸਹੂਲਤਾਂ ਮਿਲ ਗਈਆਂ ਹਨ।
ਉਹ ਹੁਣ ਲੁੰਡੀ ਹਵਾਈ ਵਾਂਗ ਭੱਜੇ ਫਿਰਦੇ ਹਨ। ਹੁਣ ਚੈਨਲਾਂ ਦੇ ਯੁੱਗ ਵਿੱਚ ਹਿੰਦੂ ਧਰਮ ਦਾ ਪ੍ਰਚਾਰ ਜ਼ੋਰਾਂ ਵਿੱਚ ਹੋ ਰਿਹਾ ਹੈ। ਸਿੱਖਾਂ ਦਾ ਪ੍ਰਚਾਰ ਕਰਨ ਵਾਲੇ ਵੀ ਉਹੀ ਹੀ ਚੈਨਲ ਹਨ ਜਿਹੜੇ ਹਿੰਦੂ ਦੇ ਕਬਜ਼ੇ ਥੱਲੇ ਹਨ ਤੇ ਸਿੱਖਾਂ ਨੂੰ ਦਿਲੋਂ ਨਫ਼ਰਤ ਕਰਦੇ ਹਨ। ਸਿੱਖੀ ਨੂੰ ਖੋਰਾ ਤਾਂ ਲੱਗ ਹੀ ਰਿਹਾ ਹੈ। ਇਸ ਤਰੀਕੇ ਨਾਲ ਸਿੱਖ ਧਰਮ ਦਾ ਇਤਿਹਾਸ ਵਿਖਾਇਆ ਜਾ ਰਿਹਾ ਹੈ, ਸ਼ਾਇਦ ਸਿੱਖਾਂ ਨੂੰ ਵੀ ਸਿੱਖੀ ਤੋਂ ਨਫ਼ਰਤ ਹੋ ਜਾਵੇ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।